ਸਾਡੇ ਦੇਸ਼ ਦੀਆਂ ਅਜੀਬ ਨੀਤੀਆਂ ਅਜੀਬ ਨੀਤੀਆਂ ਜੋ ਆਮ ਬੰਦੇ ਦੀ ਸੋਚ ਨੂੰ ਤੜਫਾਉਂਦੀਆਂ ਨੇ, ਪਰ ਵਿਛੜ ਗਿਆਂ ਦੀਆਂ ਸੁਣਵੇ ਸੱਜਣਾ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ, ਵੀਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ ਸੂਰੀ। ਦੋਸਤੋ, ਅੱਜ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀਆਂ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਉਹ ਦਿਲ ਨੂੰ ਵਲੂੰਧਰਦੀਆਂ ਹਨ, ਕਿਉਂਕਿ ਇੱਕ ਨੌਜਵਾਨ ਨੇ ਆਪਣਾ ਪਿਓ ਗਵਾਇਆ ਹੈ, ਪਰ ਉਹਨਾਂ ਨੂੰ ਗੁੱਸਾ ਚਿੰਤਾ ਜ਼ਿਆਦਾ, ਜਿਹੜੇ ਨੀਤੀਆਂ ਬਣਾਈਆਂ ਗਈਆਂ ਨੇ ਉਹਨਾਂ 'ਤੇ ਜਿਹੜਾ ਗੁੱਸਾ ਜ਼ਿਆਦਾ ਹੈ। ਔਰ ਇਹ ਖਬਰ ਸੁਣ ਕੇ ਸ਼ਾਇਦ ਆਮ ਬੰਦਿਆਂ ਦੀ ਵੀ ਇਨਸਿਕਿਉਰਿਟੀਜ਼ ਵਧਣਗੀਆਂ, ਚਿੰਤਾਵਾਂ ਵਧਣਗੀਆਂ। ਅਸੀਂ ਖਬਰ ਇਸ ਕਰਕੇ ਬਣਾ ਰਹੇ ਤਾਂ ਜੋ ਤੁਹਾਨੂੰ ਸੁਚੇਤ ਕਰ ਸਕੀਏ, ਔਰ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਸਕੀਏ ਕਿ ਨੀਤੀਆਂ ਵਿੱਚ ਚੇਂਜ ਹੋਣੀ ਬਹੁਤ ਜ਼ਰੂਰੀ ਆ। ਇੱਕ ਨੌਜਵਾਨ ਨੇ ਅਤੇ ਉਸਦੇ ਪੂਰੇ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਕਿ ਉਹਨਾਂ ਦੇ ਪਿਤਾ ਨੂੰ 2 ਦਿਨ ਪਹਿਲਾਂ ਜਿਹੜਾ ਆ ਹਾਰਟ ਵਿੱਚ ਤਕਲੀਫ ਹੋਈ, ਸੀਨੇ 'ਚ ਤਕਲੀਫ ਹੋਈ। ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਲੈ ਕੇ ਗਏ। ਨਿੱਜੀ ਹਸਪਤਾਲ ਨੂੰ ਉਹਨਾਂ ਨੇ ਪੁੱਛਿਆ ਕਿ ਅਸੀਂ ਆਯੁਸ਼ਮਾਨ ਕਾਰਡ ਚਲਾਉਣਾ ਚਾਹੁੰਦੇ ਹਾਂ, ਕਿ ਆਯੁਸ਼ਮਾਨ ਕਾਰਡ ਚੱਲ ਜਾਏਗਾ? ਉਹਨਾਂ ਨੇ ਕਿਹਾ ਜੀ ਬਿਲਕੁਲ ਆਯੁਸ਼ਮਾਨ ਕਾਰਡ ਚੱਲੇਗਾ। ਲੇਕਿਨ ਫਿਰ 2 ਵਜੇ ਦੇ ਕਰੀਬ ਸਵੇਰੇ 2 ਵਜੇ ਦੇ ਕਰੀਬ ਉਹਨਾਂ ਦੇ ਜਿਹੜੇ ਪੇਸ਼ੈਂਟ ਦੀ ਮ੍ਰਿਤਿੂ ਹੋ ਜਾਂਦੀ ਹੈ। ਲੇਕਿਨ ਵੱਡਾ ਸਵਾਲ ਉਸ ਤੋਂ ਬਾਅਦ ਪਰਿਵਾਰ ਨੇ ਜਿਹੜਾ ਸਾਡੇ ਸਾਹਮਣੇ ਰੱਖਿਆ ਉਹ ਇਹ ਹੈ, ਉਹਨਾਂ ਨੂੰ ਨਿੱਜੀ ਹਸਪਤਾਲ ਵੱਲੋਂ ਇਹ ਕਿਹਾ ਗਿਆ ਕਿ ਜੇ ਤੁਹਾਡਾ ਪੇਸ਼ੈਂਟ ਬਚ ਜਾਂਦਾ ਫਿਰ ਤਾਂ ਅਸੀਂ ਇਲਾਜ ਫ੍ਰੀ ਕਰ ਦੇਣਾ ਸੀ, ਆਯੁਸ਼ਮਾਨ ਕਾਰਡ ਥਰੂ ਪੈਸੇ ਆ ਜਾਣੇ ਸੀ, ਪਰ ਕਿਉਂਕਿ ਤੁਹਾਡਾ ਪੇਸ਼ੈਂਟ ਮਰ ਗਿਆ, ਹੁਣ ਅਕੋਰਡਿੰਗ ਟੂ ਰੂਲ ਤੁਹਾਨੂੰ ਪੈਸੇ ਪੇ ਕਰਨੇ ਪੈਣੇ। ਮਤਲਬ ਜੇ ਪੇਸ਼ੈਂਟ ਬਚ ਗਿਆ ਫਿਰ ਪੈਸਾ ਸਰਕਾਰ ਦੇਗੀ, ਜੇ ਪੇਸ਼ੈਂਟ ਮਰ ਗਿਆ ਫਿਰ ਤੁਹਾਨੂੰ ਆਪ ਪੈਸੇ ਦੇਣੇ ਪੈਣੇ। ਇਹ ਕਿਹੋ ਜਿਹੀ ਨੀਤੀ ਆ? ਇਹ ਨੀਤੀ ਕਿਹਨੇ ਬਣਾਈ ਆ? ਇਹ ਸਰਕਾਰ ਨੇ ਬਣਾਈ ਆ ਕਿ ਨਿੱਜੀ ਜਿਹੜਾ ਹਸਪਤਾਲ ਆ ਉਹਨੇ ਕੋਈ ਪੜਪੰਜ ਰਚਾਇਆ ਸੀ, ਕਿ ਉਹਨੇ ਸ਼ਰੂਫਾ ਛੱਡਿਆ ਸੀ? ਪਰ ਪਰਿਵਾਰ ਬਹੁਤ ਗਿਲੇ 'ਚ ਹੈ, ਪਰਿਵਾਰ ਬਹੁਤ ਸਖਤੇ 'ਚ ਹੈ। ਪਰਿਵਾਰ ਨੂੰ ਇੱਕ ਤਰ੍ਹਾਂ ਦਾ ਸਦਮਾ ਲੱਗਿਆ ਹੋਇਆ। ਉਹ ਕਹਿੰਦੇ ਕਿ ਸਾਡਾ ਪਰਿਵਾਰ ਦਾ ਜੀਅ ਤਾਂ ਗਿਆ, ਸਾਡੇ ਪਰਿਵਾਰ ਦਾ ਮੋਢੀ ਤਾਂ ਗਿਆ। ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਨੇ ਬਹੁਤ ਤੰਗ ਕੀਤਾ, ਹਸਪੀਟਲ ਦੇ ਪ੍ਰਸ਼ਾਸਨ ਨੇ ਬਹੁਤ ਤੰਗ ਕੀਤਾ, ਨਿੱਜੀ ਹਸਪਤਾਲ ਦੇ ਪ੍ਰਸ਼ਾਸਨ ਨੇ ਤੰਗ ਕੀਤਾ। ਸਾਡੇ ਤੋਂ 1,65,000 ਰੁਪਏ ਦੀ ਡਿਮਾਂਡ ਕੀਤੀ ਗਈ। ਬੰਦਾ ਤਾਂ ਗਿਆ, ਪਰ ਬਾਅਦ 'ਚ 1,65,000 ਦੀ ਡਿਮਾਂਡ ਕੀਤੀ ਗਈ। ਉਸ ਤੋਂ ਬਾਅਦ ਸਤਨਾਮ ਸਿੰਘ ਜਲਵਾਹਾ ਜੀ ਨੂੰ ਬੁਲਾਇਆ ਗਿਆ ਜੋ ਆਪ ਆਗੂ ਆ, ਅਤੇ ਉਹਨਾਂ ਦੇ ਕਹਿਣ 'ਤੇ ਫਿਰ ਮਾਮਲਾ ਜਿਹੜਾ ਆ ਉਸ ਸਮੇਂ ਤਾਂ ਫਰੀ 'ਚ ਸੀਗਾ, ਲੇਕਿਨ ਜਲਵਾਹਾ ਸਾਹਿਬ ਜਦੋਂ ਉੱਥੋਂ ਚਲੇ ਗਏ ਉਸ ਤੋਂ ਬਾਅਦ ਜਿਹੜਾ 10-15,000 ਰੁਪਏ ਦੇ ਕੇ ਰਫਾ ਦਫਾ ਹੋਇਆ, ਅਤੇ ਜਿਹੜੀ ਡੈੱਡ ਬੋਡੀ ਆ ਉਹ ਪਰਿਵਾਰ ਨੂੰ ਮਿਲੀ। ਇਹ ਕਿਹੋ ਜਿਹੇ ਹਾਲਾਤ ਆ? ਸੋਚ ਕੇ ਮਨ ਬੜਾ ਪਰੇਸ਼ਾਨ ਹੁੰਦਾ ਕਿ ਇੱਕ ਬੰਦਾ ਮਰ ਗਿਆ, ਇੱਕ ਬੰਦਾ ਜਹਾਨ ਛੱਡ ਗਿਆ, ਜਹਾਨੋਂ ਤੁਰ ਗਿਆ, ਜਹਾਨੋਂ ਕੂਚ ਕਰ ਗਿਆ, ਚੜ੍ਹਾਈ ਕਰ ਗਿਆ। ਉਹਦੇ ਪਰਿਵਾਰ ਦਾ ਜਿਹੜਾ ਦੁੱਖ ਹੈ ਸੋ ਤਾਂ ਦੁੱਖ ਹੈ, ਪਰ ਉਸ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਵੀ ਬੰਦਾ ਬਚਾ ਵੀ ਨਹੀਂ ਸਕੇ। ਫਿਰ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ 1,65,000 ਰੁਪਏ ਤੋਂ, ਨਹੀਂ ਤਾਂ ਡੈੱਡ ਬੋਡੀ ਨਹੀਂ ਦੇਵਾਂਗੇ, ਔਰ ਜੇਕਰ ਬਚ ਗਿਆ ਫਿਰ ਸਰਕਾਰ ਤੋਂ ਪੈਸੇ ਆ ਜਾਣਗੇ, ਜੇ ਨਹੀਂ ਬਚਿਆ ਫਿਰ ਤੁਸੀਂ ਦੇਣੇ ਆ। ਇਹ ਕਿਹੋ ਜਿਹੇ ਰੂਲਸ ਨੇ? ਆਓ ਇੱਕ ਵਾਰੀ ਤਸਵੀਰਾਂ ਦੇਖਦੇ। ਆਯੁਸ਼ਮਾਨ ਕਾਰਡ ਸਾਨੂੰ ਕਿਹਾ ਗਿਆ, ਠੀਕ ਹੈ ਜੀ, ਅਸੀਂ ਲੈ ਕੇ ਆਂਦਾ। ਅੱਛਾ ਜੀ। 11:01 ਤੇ ਇਹਨਾਂ ਨੂੰ ਕਾਰਡ ਦੇ ਦਿੱਤਾ, ਜਿੱਥੋਂ ਕਿ ਸਾਨੂੰ ਇਹਨਾਂ ਨੇ 10:40 ਤੇ ਸਾਨੂੰ ਕਿਹਾ ਸੀ ਕਾਰਡ ਦੇਣ ਨੂੰ। ਅਸੀਂ ਕਾਰਡ ਦੇ ਦਿੱਤਾ ਇਹਨਾਂ ਨੂੰ। ਕਾਰਡ ਦੇਣ ਤੋਂ ਬਾਅਦ ਸਾਨੂੰ ਕਹਿੰਦੇ ਆ ਜੀ ਪੇਮੈਂਟ ਜਮ੍ਹਾਂ ਕਰਾਓ 10,000 ਰੁਪਈਆ। ਅਸੀਂ ਕਰਾਤੀ ਜੀ, 5,000 ਰੁਪਈਆ ਕਰਾਤਾ ਜੀ, ਠੀਕ ਹੈ ਜੀ। 5,000 ਰੁਪਈਆ ਜਮ੍ਹਾਂ ਕਰਾਉਣ ਤੋਂ ਬਾਅਦ ਸਾਡਾ ਆਪਰੇਸ਼ਨ ਇਹ ਕਰਤਾ। 20 ਮਿੰਟਾਂ ਦੇ ਵਿੱਚ ਸਾਨੂੰ ਕਹਿੰਦੇ ਆਪਰੇਸ਼ਨ ਹੋ ਗਿਆ, ਠੀਕ ਹੈ ਜੀ। ਸਟੱਡ ਪੈਣਾ ਸੀ, ਸਟੱਡ ਦਾ ਆਪਰੇਸ਼ਨ ਕਰਤਾ 20 ਮਿੰਟਾਂ ਦੇ ਵਿੱਚ। 20 ਮਿੰਟਾਂ ਦੇ ਬਾਅਦ 'ਚੋਂ ਹੀ ਕਹਿਣ ਲੱਗ ਪਏ ਜੀ ਡੈਥ ਹੋ ਗਈ ਆ ਤੁਹਾਡੇ ਪਾਪਾ ਜੀ ਦੀ। ਅਤੇ ਸਾਨੂੰ ਪਹਿਲਾਂ ਕਾਰਡ ਲੈਣ ਤੋਂ ਪਹਿਲਾਂ ਕਹਿੰਦੇ ਸੀਗੇ ਕਿ ਇਹਦੇ ਵਿੱਚੋਂ ਜੇ ਤਾਂ ਮਰੀਜ਼ ਬਚੂਗਾ ਅਤੇ ਤੁਹਾਡਾ ਖਰਚਾ ਸਾਰਾ ਕਾਰਡ ਦੇ ਵਿੱਚੋਂ ਕਰੂੰਗੇ ਅਸੀਂ। ਜਦੋਂ ਮਰੀਜ਼ ਦੀ ਡੈਥ ਹੋ ਗਈ ਅਤੇ ਸਾਨੂੰ ਤਾਂ ਕੈਸ਼ ਪੈਸੇ ਲਵਾਂਗੇ ਤੁਹਾਡੇ ਕੋਲੋਂ, ਠੀਕ ਹੈ ਜੀ। ਪਹਿਲਾਂ ਦੱਸੀ ਤੁਹਾਨੂੰ ਗੱਲ? ਹਾਂਜੀ, ਇਹ ਗੱਲ ਭਾਜੀ ਇੱਦਾਂ ਸੀਗੀ, ਮੇਰੀ ਗੱਲ ਸੁਣੋ। ਜਿੱਦਾਂ ਇਹ ਕਹਿੰਦੇ ਮਰੀਜ਼ ਬਚੂਗਾ ਤਾਂ, ਜੇ ਨਹੀਂ ਬਚੂਗਾ ਫਿਰ ਨਹੀਂ, ਠੀਕ ਹੈ ਜੀ। ਇਹਨਾਂ ਨੇ ਸਦਾ ਸਾਰ ਆਪਣੇ ਪਾਪਾ ਜੀ ਐਨ ਬਿਲਕੁਲ ਸਹੀ ਸੀਗੇ, ਠੀਕ ਹੈ ਜੀ। ਇਹਨਾਂ ਨੇ ਸਾਰਾ ਸਾਰ ਡੈਥ ਕਰਕੇ ਸਾਡੇ ਕੋਲੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ, ਠੀਕ ਹੈ ਜੀ। 1,65,000 ਰੁਪਈਆ, ਠੀਕ ਹੈ ਜੀ। ਸਾਡੇ ਕੋਲ ਹੈ ਨਹੀਂ ਸੀਗੇ, ਅਸੀਂ ਕਿੱਥੋਂ ਦੇ ਸਕਦੇ, ਠੀਕ ਹੈ ਜੀ। ਇਸ ਕਰਕੇ ਅਸੀਂ ਥੋੜ੍ਹਾ ਜਿਹਾ ਕੀਤਾ ਵਾ, ਠੀਕ ਹੈ ਜੀ। ਸਰਕਾਰ ਨੂੰ ਕਰਦੇ ਹਾਂ ਅਪੀਲ ਕਿ ਹਸਪੀਟਲ ਜਿਹੜਾ ਧੱਕਾ ਹੁੰਦਾ ਵਾ ਇਹ ਮਾੜਾ ਜਿਹਾ ਦੇਖਿਆ ਜਾਵੇ। ਗਰੀਬਾਂ ਦੀ ਬੋਡੀ ਲੈਣੀ ਉਸ ਵੇਲੇ ਕਿੰਨੀ ਪੇਮੈਂਟ ਤੁਹਾਡੇ ਕੋਲ ਮੰਗੀ ਗਈ ਸੀ? ਭਾਅ ਜੀ 65,000 ਰੁਪਈਆ ਮੰਗਿਆ ਸੀਗਾ ਜੀ। 1,65,000 ਰੁਪਈਆ ਮੰਗਿਆ ਸਾਡੇ ਕੋਲੋਂ, ਠੀਕ ਹੈ ਜੀ। ਮਿਹਨਤਾਂ ਕਰਦੇ ਜੀ ਫਿਰ ਸਾਨੂੰ ਕਹਿਣ ਲੱਗ ਪਏ 35,000 ਰੁਪਈਆ ਦੇ ਦਿਓ, ਠੀਕ ਹੈ ਜੀ। 35 ਵੀ ਨਹੀਂ ਮੰਨੇ ਅਸੀਂ, ਫਿਰ ਆ ਗਏ 17,000 ਤੇ, ਠੀਕ ਹੈ ਜੀ। 17,000 ਤੋਂ ਆ ਕੇ ਹੱਥ ਜੋੜਨ ਲੱਗ ਪਏ, ਕਹਿੰਦੇ ਅਸੀਂ 3 ਜਾਣੇ ਆ, ਅਸੀਂ ਆਪਣੇ 'ਚ ਕਰ ਲਵਾਂਗੇ ਅਤੇ ਸਾਨੂੰ 10,000 ਰੁਪਈਆ ਦੇ ਦਿਓ। ਮਿਹਨਤਾਂ ਕਰਕੇ ਹੱਥ ਜੋੜ ਕੇ ਸਾਡੇ ਕੋਲੋਂ 10,000 ਰੁਪਈਆ ਲਿਆ ਇਹਨਾਂ ਨੇ ਜੀ। ਕੀ ਕਰ ਲਵਾਂਗੇ ਦੱਸੋ ਤੁਹਾਨੂੰ? ਹਾਂਜੀ, ਕੀ ਮਤਲਬ ਕੀ ਕਰ ਲਵਾਂਗੇ?
ਜਾਣੀ ਕਿ ਪੇਮੈਂਟ ਅਸੀਂ ਹਾਫ ਜਿਹੜੀ 1,65,000 ਰੁਪਇਆ ਸੀ, ਤਿੰਨਾਂ ਦੇ ਵਿੱਚ ਅਸੀਂ ਆਪਣੇ ਐਡਜਸਟ ਕਰ ਲਵਾਂਗੇ ਤੇ ਸਾਨੂੰ 10,000 ਰੁਪਇਆ ਦੇ ਦਿਓ। ਹੱਥ ਜੋੜ ਜੋੜ ਕੇ ਇਹਨਾਂ ਨੇ ਸਾਡੇ ਕੋਲੋਂ ਲੈ ਲਿਆ ਜੀ। ਤੇ ਸਾਨੂੰ ਡੈੱਡ ਬੋਡੀ ਦੇਣ ਤੋਂ ਬਾਅਦ ਸਾਨੂੰ ਉੱਥੇ ਚਾਬੀਆਂ ਲੈ ਕੇ ਜਿੱਥੋਂ ਕੱਢ ਕੇ ਦੇਣੀ ਸੀ ਇਹਨਾਂ ਨੇ ਡੈੱਡ ਬੋਡੀ, ਤੇ ਉੱਥੇ ਕੋਈ ਇਹਨਾਂ ਦਾ ਡਾਕਟਰ ਨਾ ਪਹੁੰਚੇ ਉੱਥੇ, ਉਹਨਾਂ ਨੂੰ ਲੱਭ ਕੇ ਫੇਰ ਲਿਆਂਦਾ ਤੇ ਅੱਧਾ ਘੰਟਾ ਪੌਣਾ ਘੰਟਾ ਸਾਡਾ ਉੱਥੇ ਹੀ ਲੱਗਿਆ ਡੈੱਡ ਬੋਡੀ ਲੈਣ ਲੱਗੇ। ਉਸ ਵੇਲੇ ਸਤਨਾਮ ਸਿੰਘ ਜਲਵਾਹਾ ਤੁਹਾਡੇ ਨਾਲ ਸੀ? ਨਹੀਂ, ਉਸ ਵੇਲੇ ਨਹੀਂ ਸੀਗੇ ਜੀ, ਉਹ ਗੱਲਬਾਤ ਕਰਕੇ ਚਲ ਗਏ ਸੀਗੇ ਜੀ, ਉਹਨਾਂ ਨੂੰ ਕੰਮ ਸੀਗਾ ਕੋਈ ਜ਼ਿਆਦਾ ਜ਼ਰੂਰੀ। ਅੱਛਾ, ਉਹਨਾਂ ਨੇ ਤੁਹਾਡੀ ਗੱਲ ਕਰਾਤੀ, ਤੁਸੀਂ ਬੋਡੀ ਲੈ ਲਓ, ਪੈਸਾ ਕੋਈ ਨਹੀਂ ਦੇਣਾ? ਨਹੀਂ, ਉਹਨਾਂ ਨੇ ਗੱਲ ਸਾਡੀ ਕਰਾਈ, ਉਹ ਕਹਿੰਦੇ ਸੀ ਕੋਈ ਗੱਲ ਨਹੀਂ ਬੋਡੀ ਅਸੀਂ ਦੇ ਦਿੰਦੇ ਆ ਜੀ। ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਕਹਿੰਦੇ 35,000 ਰੁਪਇਆ ਦਿਓ। ਠੀਕ ਹੈ ਜੀ, 35,000 ਦਿਓ। ਅਸੀਂ ਕਿਹਾ ਨਹੀਂ ਦੇਣਾ ਜੀ। ਠੀਕ ਹੈ ਜੀ, 35,000 ਨਹੀਂ ਦੇਣਾ। ਫਿਰ ਕਹਿੰਦੇ 17,000 ਦਿਓ। 17,000 ਵੀ ਨਹੀਂ ਦੇਣਾ ਜੀ, ਹੱਥ ਜੋੜਨ ਲੱਪੇ ਮੋਹਰੇ, ਕਹਿੰਦੇ 10,000 ਰੁਪਏ ਦੇ ਦਿਓ। ਓਕੇ, ਸਾਡਾ ਮੈਡੀਸਨ ਦਾ 10,000 ਰੁਪਏ ਦੇ ਦਿਓ, ਅਸੀਂ ਬਾਕੀ ਕਰ ਲਵਾਂਗੇ। ਠੀਕ ਹੈ ਜੀ, ਹਾਂਜੀ 10,000 ਦੇਤਾ ਉਹ ਮੌਕੇ ਤੇ 5,000 ਰੁਪਇਆ ਅਸੀਂ ਰਾਤ ਨੂੰ ਦਿੱਤਾ ਸੀਗਾ ਜੀ। ਓਕੇ, ਇੱਦਾਂ ਕਰਕੇ ਲਾਸ਼ ਮਿਲੀ ਸਾਨੂੰ ਜੀ, ਡੈੱਡ ਬੋਡੀ। ਭਾਈ ਇਹ ਮੇਰੇ ਜੀਜਾ ਦੀ ਮੌਤ ਹੋਈ ਸੀਗੀ। ਸਾਨੂੰ ਜਦੋਂ 9 ਵਜੇ ਮੈਸੇਜ ਆਇਆ ਕਿ ਸਾਡੇ ਜੀਜਾ ਦੀ ਡੈਥ ਹੋ ਗਈ ਤਾਂ ਅਸੀਂ ਉੱਥੇ ਘਰ ਪਹੁੰਚੇ। ਘਰ ਪਹੁੰਚਣ ਦੇ ਬਾਅਦ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਸੀਗੇ ਸੰਸਕਾਰ ਕਰਨ ਵਾਸਤੇ। ਜਦੋਂ ਜਾ ਕੇ ਅਸੀਂ ਦੇਖਿਆ ਉੱਥੇ ਬੋਡੀ ਨਹੀਂ ਸੀ ਤੇ ਅਸੀਂ ਪਤਾ ਕੀਤਾ 2-3 ਘੰਟੇ ਬਾਅਦ 'ਚ ਵੀ ਘਰ ਦੇ ਵਿੱਚ ਹਾਹਾਕਾਰ ਪਿਆ ਸੀਗਾ, ਰੋਣ ਧੋਣ ਪਿਆ ਸੀਗਾ। ਜਦੋਂ 2 ਘੰਟੇ ਬਾਅਦ ਪਤਾ ਕੀਤਾ ਕਿ ਬੋਡੀ ਕਿੱਥੇ ਆ, ਕਹਿੰਦੇ ਜੀ ਨਵਾਂ ਸ਼ਹਿਰ। ਤੇ ਮੈਂ ਆਪਣੇ ਭਾਣਜਿਆਂ ਨਾਲ ਕੰਟੈਕਟ ਕੀਤਾ ਵੀ ਬੋਡੀ ਕੀ ਗੱਲ ਹੋਈ ਵੀ ਬੋਡੀ ਕਿਉਂ ਨਹੀਂ ਦੇ ਰਹੇ। ਉਹਨਾਂ ਨੇ ਕਿਹਾ ਵੀ 1,65,000 ਰੁਪਇਆ ਮੰਗਦੇ ਆ, ਇਸ ਕਰਕੇ ਥੋੜ੍ਹਾ ਅਸੀਂ ਲੇਟ ਹੋ ਰਹੇ ਹਾਂ। ਤੇ ਫਿਰ ਜਦੋਂ ਮੈਂ ਆਪਣੇ ਉੱਥੋਂ ਭੈਣ ਦੇ ਘਰੋਂ ਨਿਕਲ ਕੇ ਬਾਹਰ ਆਇਆ ਤੇ ਲੋਕ ਪਬਲਿਕ ਇਕੱਠੇ ਹੋਏ ਸੀਗੇ ਤੇ ਉੱਥੇ ਗੱਲਾਂ ਕਰਦੇ ਸੀ ਤਾਂ ਸਾਨੂੰ ਪਤਾ ਚੱਲਿਆ ਕਿ ਬੋਡੀ ਇਸ ਕਰਕੇ ਨਹੀਂ ਦਿੰਦੇ ਕਿ ਉਹ ਹਸਪੀਟਲ ਵਾਲੇ 1,65,000 ਰੁਪਇਆ ਮੰਗਦੇ ਆ। ਤੇ ਉਸ ਵੇਲੇ ਸਾਡੀ ਮਤਲਬ ਜ਼ਮੀਨ ਪੈਰਾਂ 'ਚੋਂ ਨਿਕਲ ਗਈ ਵੀ ਅਸੀਂ 1,65,000 ਕਿਵੇਂ ਦੇਵਾਂਗੇ, ਕਿਹਨੂੰ ਬੇਨਤੀ ਕਰੀਏ। ਅਸੀਂ ਮੌਕੇ ਦੀਆਂ ਸਰਕਾਰ ਸੀਗੀ ਇਹਨੂੰ, ਹਾਲਾਂਕਿ ਇਸ ਸਰਕਾਰ ਦੇ ਮੈਂਬਰਾਂ ਨੂੰ ਅਸੀਂ ਵੋਟ ਵੀ ਨਹੀਂ ਪਾਈ ਔਰ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਸੀਗੇ ਤੇ ਸਾਡੀ ਕਿਸੇ ਨੇ ਨਹੀਂ ਸੁਣੀ। ਫਿਰ ਅਸੀਂ ਕਿਸੇ ਥਰੂ ਸਤਨਾਮ ਸਿੰਘ ਜਲਵਾਹਾ ਜੀ ਦੇ ਭਾਜੀ ਦਾ ਨੰਬਰ ਲੈ ਕੇ ਕੰਟੈਕਟ ਕੀਤਾ ਤੇ ਉਹਨਾਂ ਭਾਜੀ ਨੇ ਸਤਨਾਮ ਸਿੰਘ ਜੀ ਨੇ ਉਸੇ ਵੇਲੇ ਫੋਨ ਅਟੈਂਡ ਕੀਤਾ ਔਰ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਵੀ ਸਾਡੀ ਜੀਜਾ ਦੀ ਮੌਤ ਹੋ ਚੁੱਕੀ ਆ ਤੇ ਬੋਡੀ ਨਹੀਂ ਦੇ ਰਹੇ, ਹਸਪੀਟਲ ਵਾਲੇ 1,65,000 ਰੁਪਇਆ ਮੰਗਦੇ ਆ। ਤੇ ਭਾਜੀ ਉਹਨਾਂ ਸਤਨਾਮ ਸਿੰਘ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਹਸਪੀਟਲ ਪਹੁੰਚ ਰਿਹਾ। ਤੇ ਭਾਜੀ ਹੁਣੀ ਹਸਪੀਟਲ ਪਹੁੰਚ ਗਏ। ਉੱਥੇ ਜਾ ਕੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤੇ ਸਾਡਾ ਮੈਟਰ ਜਿਹੜਾ ਉਹਨਾਂ ਨੇ ਕਲੀਅਰ ਕੀਤਾ। ਫਿਰ ਭਾਜੀ ਨੇ ਮੈਨੂੰ ਬੈਕ ਕਾਲ ਕੀਤੀ ਕਿ ਤੁਹਾਡਾ ਬੰਦਾ ਵੀ ਇੱਥੇ ਕੋਈ ਨਹੀਂ ਹੈ। ਜਦੋਂ ਮੈਂ ਮੌਕੇ ਦੇ ਪਿੰਡ ਦੇ ਸਰਪੰਚ ਨਾਲ ਕੰਟੈਕਟ ਕੀਤਾ ਤੇ ਉਹ ਕਹਿੰਦੇ ਅਸੀਂ CM ਸਾਹਿਬ ਦੇ ਜਾ ਰਹੇ ਹਾਂ, ਉੱਥੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਵੀ ਸਤਨਾਮ ਭਾਜੀ ਉਹ ਉੱਥੇ ਹਸਪੀਟਲ ਪਹੁੰਚ ਗਏ, ਤੁਸੀਂ ਪਹੁੰਚੋ। ਤਾਂ ਭਾਜੀ ਉਹਨਾਂ ਨੇ ਸਾਨੂੰ ਬਗੈਰ ਪੈਸੇ ਦਿੱਤੇ, ਹਾਲਾਂਕਿ ਅਸੀਂ ਉਹਨਾਂ ਨੂੰ, ਉਹ ਮੈਨੂੰ ਨਹੀਂ ਸੀ ਜਾਣਦੇ, ਮੈਂ ਉਹਨਾਂ ਨੂੰ ਨਹੀਂ ਸੀ ਜਾਣਦਾ, ਫਿਰ ਵੀ ਉਹਨਾਂ ਨੇ ਫੋਨ ਅਟੈਂਡ ਕਰਕੇ ਸਾਡਾ ਇਹ ਕੰਮ ਕਰਵਾਇਆ। ਅਸੀਂ ਉਹਨਾਂ ਦੇ ਸਤਨਾਮ ਭਾਜੀ ਜਲਵਾਹਾ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਆਮ ਬੰਦਾ ਪਰੇਸ਼ਾਨ ਹੈ, ਇਸੇ ਕਰਕੇ ਉਹਨਾਂ ਦੀ ਮੰਗ ਹੈ ਕਿ ਸਰਕਾਰੀ ਹਸਪਤਾਲ ਵਿੱਚ ਸੁਧਾਰ ਹੋਣਾ ਚਾਹੀਦਾ। ਸਾਡੇ ਨਾਲ ਸਤਨਾਮ ਸਿੰਘ ਜਲਵਾਹਾ ਜੀ ਨਾਲ ਹਨ। ਇਹਨਾਂ ਦੇ ਨਾਲ ਅਸੀਂ ਵੋਟਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਮੁੱਦਿਆਂ ਵਿੱਚ ਇਹਨਾਂ ਨੂੰ ਮਿਲਦੇ ਰਹੇ ਹਾਂ, ਜਿੱਥੇ ਇਹਨਾਂ ਨੇ ਆਯੁਸ਼ਮਾਨ ਕਾਰਡ ਜਿਹੜੇ ਲੋਕਾਂ ਦਾ ਨਹੀਂ ਚੱਲ ਰਿਹਾ ਸੀ ਜਾਂ ਉਹਨਾਂ ਨੂੰ ਕਮੀਆਂ ਪੇਸ਼ੀਆਂ ਆ ਰਹੀਆਂ ਸਨ, ਉਹਨਾਂ ਦੀ ਮਦਦ ਕੀਤੀ ਹੈ। ਇਸੇ ਤਰੀਕੇ ਜੈ ਸਿੰਘ ਰੌੜੀ ਉਹਨਾਂ ਨੇ ਇੱਕ ਵਾਰੀ ਧਰਨਾ ਲਾਇਆ ਸੀ ਤੇ ਇੱਕ ਡੈੱਡ ਬੋਡੀ ਨੂੰ ਦਵਾਇਆ ਸੀ, ਔਰ ਸਤਨਾਮ ਸਿੰਘ ਜਲਵਾਹਾ ਉਹਨਾਂ ਨੇ ਵੀ ਹੁਣੇ ਇੱਕ ਪਰਿਵਾਰ ਦੀ ਮਦਦ ਕੀਤੀ ਹੈ ਕੁਝ ਦਿਨ ਪਹਿਲਾਂ। ਪਰਿਵਾਰ ਬਹੁਤ ਹਤਾਸ਼ ਸੀਗਾ ਕਿਉਂਕਿ ਇੱਕ ਨਿੱਜੀ ਹਸਪਤਾਲ ਉਹਨਾਂ ਨੂੰ ਡੈੱਡ ਬੋਡੀ ਨਹੀਂ ਸੀ ਦੇ ਰਿਹਾ। ਜਲਵਾਹਾ ਸਾਹਿਬ, ਅਸੀਂ ਪਰਿਵਾਰ ਦੀ ਪੂਰੀ ਗੱਲਬਾਤ ਸੁਣ ਲਈ ਹੈ, ਬੜੀ ਉਹਨਾਂ ਨੂੰ ਮੁਸ਼ੱਕਤ ਕਰਨੀ ਪਈ ਹੈ, ਤੁਸੀਂ ਪਹੁੰਚੇ ਹੋ, ਡੈੱਡ ਬੋਡੀ ਦਵਾਈ ਹੈ ਜੀ, ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? PB 32 ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਜਿਹੜਾ ਇਹ ਨਿੱਜੀ ਹਸਪਤਾਲਾਂ ਵੱਲੋਂ ਜਿਹੜਾ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਜਿਹੜੇ 5 ਲੱਖ ਰੁਪਏ ਦੇ ਸਰਕਾਰ ਨੇ ਕਾਰਡ ਚਲਾਏ ਹੋਏ ਸੀ, ਉਹਦਾ ਇਹ ਪਹਿਲਾ ਮਸਲਾ ਨਹੀਂ ਹੈਗਾ, ਪਹਿਲਾ ਮਾਮਲਾ ਨਹੀਂ ਹੈਗਾ। ਪਹਿਲਾਂ ਵੀ
ਕਈ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੋਣਾ ਆਪਾਂ 6 ਮਹੀਨੇ ਪਹਿਲਾਂ ਮਿਲੇ ਸੀਗੇ, ਪਰਿਵਾਰ ਬਹੁਤ ਦੁਖੀ ਸੀ ਜੀ ਜਦੋਂ ਤੁਸੀਂ ਉਧਰ ਸਿਵਲ ਸਰਜਨ ਆਫਿਸ ਵੀ ਗਏ ਆ, ਮਿਲੇ ਆ ਉਹਨਾਂ ਨੂੰ। ਜੀ ਜੀ ਉਸ ਤੋਂ ਬਾਅਦ ਅਸੀਂ ਇੱਕ ਪ੍ਰਾਈਵੇਟ ਹਸਪਤਾਲ ਵੀ ਗਏ ਆ ਤੁਹਾਡੇ ਨਾਲ, ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਨੇ ਵੀ ਡੈਡ ਮਤਲਬ ਉਦੋਂ ਪੇਸ਼ੈਂਟ ਠੀਕ ਸੀ, ਉਹਨੂੰ ਜਿਹੜਾ ਡਿਸਚਾਰਜ ਕਰ ਦਿੱਤਾ ਸੀ, ਅਦਰਵਾਈਜ਼ ਉਹ 1.5 ਲੱਖ ਰੁਪਏ ਮੰਗਦੇ ਸੀ। ਹੁਣ ਵੀ ਐਸੀ ਇਹੋ ਜੀ ਗੱਲ ਸੁਣੀ ਕਿ 1,65,000 ਰੁਪਏ ਮੰਗਿਆ ਜਾ ਰਿਹਾ ਸੀ, ਬਾਅਦ ਚ ਬਾਡੀ ਕੁਝ 10-15,000 ਸੈਟਲਮੈਂਟ ਕਰਕੇ ਦੇ ਦਿੱਤੀ ਗਈ। ਤੇ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਕਿਉਂਕਿ ਦੇਖੋ ਇੱਕ ਬੰਦਾ ਆਸ ਲਈ ਜਾਂਦਾ ਕਿ ਸਾਡਾ ਮਰੀਜ਼ ਜਿਹੜਾ ਉਹ ਬਚ ਜਾਵੇ, ਉਸ ਤੋਂ ਬਾਅਦ ਉਹਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਤੁਸੀਂ ਵਿਚਰਦੇ ਹੋ ਜੀ, ਮਤਲਬ ਇਹ ਜਿਹੜੀ ਲੋਕਾਂ ਦੀ ਪਰੇਸ਼ਾਨੀ ਉਹਨੂੰ ਕਿਵੇਂ ਸਮਝਦੇ ਹੋ? ਦੇਖੋ ਇਹ ਪਰੇਸ਼ਾਨੀ ਤਾਂ ਬਹੁਤ ਆ। ਇੱਕ ਤਾਂ ਜਿਹੜਾ ਪਰਿਵਾਰ ਦਾ ਜਦੋਂ ਮੁਖੀ ਚਲੇ ਜਾਂਦਾ, ਅਚਾਨਕ ਉਹਦੀ ਮੌਤ ਹੋ ਜਾਂਦੀ ਆ, ਉਹਦੇ ਨਾਲ ਦਾ ਡਾਢਾ ਦੁੱਖ ਜਿਹੜਾ ਉਹ ਵਿਪਤਾ ਦੀ ਘੜੀ ਹੈ। ਇੱਕ ਤਾਂ ਪਰਿਵਾਰ ਵੈਸੇ ਹੀ ਬਹੁਤ ਪਰੇਸ਼ਾਨ ਹੁੰਦਾ, ਔਰ ਉੱਤੋਂ ਦੀ ਦੇਖੋ ਇੱਕ ਦਿਨ ਰਾਤ ਨੂੰ ਪਹਿਲਾਂ ਜਦੋਂ ਉਹ ਹਾਰਟ ਅਟੈਕ ਉਹਨਾਂ ਦੇ ਫਾਦਰ ਸਾਹਿਬ ਨੂੰ ਆਇਆ, ਉਹ ਲੈ ਕੇ ਗਏ ਪ੍ਰਾਈਵੇਟ ਹਸਪੀਟਲ ਦੇ ਵਿੱਚ। ਸੋ ਜਦੋਂ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਦਿਹਾੜੀਦਾਰ ਬੰਦੇ ਆ, ਆਹ ਸਾਡਾ ਕਾਰਡ ਬਣਿਆ ਹੋਇਆ, ਇਹਦੇ ਉੱਤੇ ਇੱਥੇ ਇਲਾਜ ਹੋ ਜਾਊਗਾ। ਉਹ ਕਹਿੰਦੇ ਹਾਂਜੀ ਇਹਦੇ ਸਟੰਟ ਪੈਣੇ ਆ ਤੇ ਇਲਾਜ ਇਹਨਾਂ ਦਾ ਹੋ ਜਾਊਗਾ, ਤੁਸੀਂ ਐਡਮਿਟ ਕਰਾ ਦਿਓ। ਐਡਮਿਟ ਕਰਾਤਾ, ਸਟੰਟ ਪਾਤੇ, ਰਾਤ ਨੂੰ 2:30 ਵਜੇ ਡੈਥ ਹੋ ਜਾਂਦੀ ਹੈ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਵੀ ਤੁਸੀਂ ਬੋਡੀ ਇੱਥੇ ਮੋਰਚਰੀ 'ਚ ਰੱਖ ਦਿਓ, ਤੁਸੀਂ ਘਰੇ ਜਾਓ, ਸਵੇਰੇ ਆਪਣਾ ਸਾਰੇ ਰਿਸ਼ਤੇਦਾਰਾਂ ਨੂੰ ਟਾਈਮ ਦੇ ਕੇ ਜਦੋਂ ਦਾਗ ਦੇਣੇ ਹੋਊਗੇ ਉਦੋਂ ਬੋਡੀ ਲੈ ਜਿਓ। ਰਾਤ ਨੂੰ ਪੇਸ਼ੈਂਟ ਨੂੰ ਕੁਝ ਨਹੀਂ ਦੱਸਿਆ ਜਾਂਦਾ ਵੀ ਤੁਹਾਡੇ ਤੋਂ ਕਿੰਨੇ ਪੈਸੇ ਲੈਣੇ ਆ, ਪੈਸੇ ਲੈਣ ਪਰਿਵਾਰ ਨੂੰ ਕੁਝ ਦੱਸਿਆ ਗਿਆ ਨਹੀਂ। ਜਦ ਕਿ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਸਾਰਾ ਇਲਾਜ ਉਸ ਕਾਰਡ ਤੇ ਹੋਊਗਾ। ਉਸ ਤੋਂ ਬਾਅਦ ਉਹ ਬੋਡੀ ਰੱਖ ਕੇ ਆ ਜਾਂਦੇ ਆ, ਦੂਏ ਦਿਨ ਆ ਕੇ ਘਰੇ ਸਾਰੇ ਰਿਸ਼ਤੇਦਾਰਾਂ ਨੂੰ ਟਾਈਮ ਦੇ ਦਿੰਦੇ ਆ ਵੀ ਤੁਸੀਂ ਦਾਗਾਂ ਤੇ ਪਹੁੰਚੋ। ਜਦੋਂ ਉਹਨਾਂ ਦੇ ਰਿਸ਼ਤੇਦਾਰ ਉਹ ਸਾਕ ਸੰਬੰਧੀ ਪਰਿਵਾਰਕ ਮੈਂਬਰ ਬੋਡੀ ਲੈਣ ਆਉਂਦੇ ਹਸਪੀਟਲ, ਤੇ ਹਸਪੀਟਲ ਦੇ ਵੱਲੋਂ ਉਹਨਾਂ ਤੋਂ 1,65,000 ਰੁਪਈਆ ਮੰਗਿਆ ਜਾਂਦਾ ਕਿ ਤੁਹਾਡਾ ਕਾਰਡ ਨਹੀਂ ਚੱਲਿਆ, ਇਹਦੀ ਅਪਰੂਵਲ ਨਹੀਂ ਆਈ। ਸੋ ਉਹ ਜਦੋਂ ਪਰਿਵਾਰ ਤਾਂ ਪਹਿਲਾਂ ਹੀ ਬੜਾ ਪਰੇਸ਼ਾਨ ਸੀ, ਜਦੋਂ 1,65,000 ਦੀ ਮੰਗ ਕੀਤੀ ਤਾਂ ਪਰਿਵਾਰ ਤਾਂ ਬਹੁਤ ਜ਼ਿਆਦਾ ਮਤਲਬ ਚਿੰਤਾ ਦੇ ਵਿੱਚ, ਪਰੇਸ਼ਾਨੀ 'ਚ ਪੈ ਗਿਆ ਕਿ ਹੁਣ ਅਸੀਂ ਪੈਸੇ ਕਿੱਥੋਂ ਲੈ ਕੇ ਆਵਾਂਗੇ। ਮੈਂ ਉਹ ਵੀ ਸੁਣਿਆ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹੋਰ ਵੀ ਚਲੋ ਜਿਹੜੇ ਨੇਤਾ ਆਗੂ ਜਾਂ ਉਹਨਾਂ ਦੇ ਨੇੜੇ ਤੇੜੇ ਦੇ ਸੀਗੇ ਉਹਨਾਂ ਨੂੰ ਵੀ ਅਪਰੋਚ ਕੀਤਾ, ਕੋਈ ਨਹੀਂ ਬੌੜਿਆ। ਫਿਰ ਤੁਸੀਂ ਜਾ ਕੇ ਗੱਲ ਕੀਤੀ, ਪਰ ਜਲਵਾ ਸਾਹਿਬ ਇਹ ਇਕੱਲੀ ਇੱਕ ਮੈਟਰ ਨਹੀਂ ਆ, ਹੋਰ ਮੈਟਰ ਬੜੇ ਆਣੇ ਆ। ਔਰ ਉਸ ਪਰਿਵਾਰ ਨੇ ਇਹ ਵੀ ਦੱਸਿਆ ਸਾਡੀ ਟੀਮ ਨੂੰ ਕਿ ਜਦੋਂ ਨਿੱਜੀ ਹਸਪਤਾਲ ਵਿੱਚ ਉਹ ਗਏ ਆ, ਨਿੱਜੀ ਹਸਪਤਾਲ ਨੇ ਇਹ ਕਿਹਾ ਕਿ ਜੇ ਤੁਹਾਡਾ ਪੇਸ਼ੈਂਟ ਬਚ ਗਿਆ, ਸਟੰਟ ਪਾ ਦਿੱਤਾ, ਤਾਂ ਆਯੁਸ਼ਮਾਨ ਕਾਰਡ ਤੋਂ ਅਸੀਂ ਪੈਸੇ ਜਿਹੜੇ ਲੈ ਲਾਂਗੇ, ਜੇ ਮਰ ਗਿਆ ਫਿਰ ਪੈਸੇ ਤੁਹਾਨੂੰ ਦੇਣੇ ਪੈਣੇ ਆ। ਮਤਲਬ ਇਹ ਕਿਹੋ ਜਿਹਾ ਸਿਸਟਮ ਹੈ, ਕਿਹੋ ਜਿਹੀ ਕੈਟਾਗਰੀ ਬਣਾਈ ਹੈ, ਇਹਦੇ ਲਈ ਆਵਾਜ਼ ਤੁਹਾਨੂੰ ਬੁਲੰਦ ਕਰਨੀ ਪੈਣੀ। ਅਸੀਂ ਉਮੀਦ ਕਰਦੇ ਹਾਂ ਤੁਹਾਡੇ ਤੋਂ। ਦੇਖੋ ਮੈਂ ਤਾਂ ਆਪ ਹੈਰਾਨ ਆ, ਜੇ ਇਹੋ ਜਿਹਾ ਕੋਈ ਜੇ ਇਹੋ ਜਿਹਾ ਕੋਈ ਉਹਦੇ ਵਿੱਚ ਕੋਈ ਅੜਚਣ ਹੈਗੀ ਆ ਕੈਟਾਗਰੀ ਜਾਂ ਇਦਾਂ ਦੀ ਕੈਟਾਗਰੀ ਕੋਈ ਬਣਾਈ ਹੋਈ ਹੈ, ਤਾਂ ਫਿਰ ਮਤਲਬ ਇਹ ਤੋਂ ਘਟੀਆ ਗੱਲ ਹੋਰ ਕੀ ਹੋ ਸਕਦੀ। ਪੁਰਾਣੀਆਂ ਸਰਕਾਰਾਂ ਜੋ ਕਰ ਗਈਆਂ, ਰਵਾਇਤੀ ਜੋ ਪਾਰਟੀਆਂ ਕਰ ਗਈਆਂ, ਅਸੀਂ ਚਾਹੁੰਦੇ ਹਾਂ ਚੇਂਜ ਆਵੇ। ਇਸ ਕਰਕੇ ਜਿਹੜੀ ਸਰਕਾਰ ਨਵੀਂ ਆਈ ਆ, ਚਲੋ ਪਹਿਲਾਂ ਸੋਨਾ ਮਾੜਾ ਸੀ ਜਾਂ ਸੁਨਿਆਰਾ ਮਾੜਾ ਸੀ, ਸਾਨੂੰ ਨਹੀਂ ਪਤਾ, ਲੇਕਿਨ ਹਾਲ ਦੀ ਘੜੀ ਲੋਕਾਂ ਨੂੰ ਉਮੀਦ ਹੈ ਆਮ ਆਦਮੀ ਪਾਰਟੀ ਤੋਂ। ਦੇਖੋ 100% ਸਿਹਤ ਔਰ ਸਿੱਖਿਆ ਉੱਤੇ ਆਮ ਆਦਮੀ ਪਾਰਟੀ ਨੇ ਜੋ ਕਿਹਾ, ਇਹੋ ਜਿਹੇ ਵਰਲਡ ਕਲਾਸ ਵਧੀਆ ਪੜ੍ਹਾਈ ਦੇਵਾਂਗੇ, ਵਰਲਡ ਕਲਾਸ ਦੀ ਵਧੀਆ ਜਿਹੜੀ ਹੈਲਥ, ਲੋਕਾਂ ਨੂੰ ਵਧੀਆ ਇਲਾਜ ਦੇਵਾਂਗੇ। ਔਰ ਜਿੱਥੇ ਕਿਤੇ ਕੋਈ ਕਮੀ ਹੈਗੀ ਆ, ਜਿਸ ਤਰ੍ਹਾਂ ਪਹਿਲੀ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਤਹਿਤ ਜਿਹੜਾ ਲੋਕਾਂ ਨੂੰ ਇਲਾਜ ਦੇਣਾ ਸੀ, ਜੇ ਉਹਦੇ ਵਿੱਚ ਕਮੀ ਕੋਈ ਹੈਗੀ ਆ ਔਰ ਕੋਈ ਇਦਾਂ ਦੀ ਕੈਟਾਗਰੀ ਬਣਾਈ ਹੋਈ ਆ, ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਬਦਲਿਆ ਜਾਊਗਾ। ਜਦੋਂ ਵੀ ਕੋਈ ਨਵੀਂ ਪਾਲਿਸੀ ਹੁਣ ਸਰਕਾਰ ਵੱਲੋਂ ਆਊਗੀ, ਉਹਦੇ ਵਿੱਚ ਇਸ ਤਰ੍ਹਾਂ ਦਾ ਕਿਸੇ ਪਰਿਵਾਰ ਨੂੰ ਮੈਂ ਭਰੋਸਾ ਦਿਵਾਉਣਾ, ਇੱਕ ਵੀ ਬੰਦੇ ਨੂੰ ਖੱਜਲ ਨਹੀਂ ਹੋਣਾ ਪਊਗਾ। ਅਸੀਂ ਉਮੀਦ ਕਰਦੇ ਕਿ ਤੁਸੀਂ ਸਿਹਤ ਮੰਤਰੀ ਸਾਹਿਬ ਤੱਕ, ਮਾਨ ਸਾਹਿਬ ਤੱਕ ਇਹ ਗੱਲ ਜ਼ਰੂਰ ਪਹੁੰਚਾਓ। ਬਿਲਕੁਲ ਪਹੁੰਚਾਵਾਂਗੇ। ਔਰ ਇੱਥੇ ਪਤਾ ਕੀ ਆ, ਰਾਜਨੀਤਿਕ ਤੌਰ ਤੇ ਕ੍ਰੈਡਿਟ ਲੈਣ ਦੀ ਹੋੜ ਬਹੁਤ ਲੱਗੀ ਹੋਈ ਆ। ਕੋਈ ਕਹਿੰਦਾ ਜੀ ਮੈਂ ਕਰਾਇਆ, ਕੋਈ ਕਹਿੰਦਾ ਮੈਂ ਕਰਾਇਆ। ਸੋ ਪਰਿਵਾਰ ਨੇ ਆ ਕੇ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਆਪਣਾ ਪੱਖ ਸਾਫ਼ ਕੀਤਾ, ਠੀਕ ਹੈ, ਉਹਦੇ ਵਿੱਚ ਅਸੀਂ ਕੋਈ ਇੱਥੇ ਮਤਲਬ ਆਪਣੇ ਆਪ ਨੂੰ ਜ਼ਿਆਦਾ ਵਧੀਆ ਜਾਂ ਹੀਰੋ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਇਹ ਤਾਂ ਅਸੀਂ ਤੁਹਾਨੂੰ ਅਪਰੋਚ ਕੀਤਾ ਕਿਉਂਕਿ ਅਸੀਂ ਵੀ ਸੱਚ ਜਾਣਨਾ ਚਾਹੁੰਦੇ ਸੀ ਜੀ, ਕਿਉਂਕਿ ਗੱਲ ਇਹ ਆ ਵੀ ਇਹ ਪ੍ਰਾਈਵੇਟ ਜਿਹੜਾ ਇਹ ਸਿਹਤ ਮਾਫੀਆ ਆ, ਉਹਦੇ ਤੋਂ ਲੋਕ ਬੜੇ ਪਰੇਸ਼ਾਨ ਆ। ਕੱਲਾ ਇਸ ਪਰਿਵਾਰ ਨੂੰ ਪ੍ਰੋਬਲਮ ਨਹੀਂ ਆਈ, ਹੋਰ ਵੀ ਲੋਕ ਖੱਜਲ ਹੋਣਗੇ ਜਾਂ ਰੋਜ਼ ਹੁੰਦੇ ਹੋਣਗੇ। ਉਹਨਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਆ ਕਿ ਯਾਰ ਆ ਪਾਰਟੀ ਆਈ ਆ, ਲੀਡਰ ਹੈਗੇ ਨੇ, ਇਹ ਸਾਡੀ ਬਾਂਹ ਫੜ ਸਕਦੇ ਆ। ਕਿਸੇ ਨਾਲ ਵੀ ਕੋਈ ਇਦਾਂ ਦਾ ਧੋਖਾ ਹੁੰਦਾ, ਜਦੋਂ ਮਰਜ਼ੀ ਕਾਲ ਕਰੋ, 24 ਘੰਟੇ ਹਾਜ਼ਰ ਆ। ਲੋਕਾਂ ਲਈ ਆਏ ਆ, ਲੋਕਾਂ ਦੀ ਸੇਵਾ ਲਈ
ਪਾਰਟੀ ਲੋਕਾਂ ਨੇ ਸਾਨੂੰ ਪੰਜਾਬ ਦੇ ਨੇ ਮੌਕਾ ਦਿੱਤਾ। ਲੋਕਾਂ ਦੀ ਸੇਵਾ ਵਿੱਚ, ਲੋਕਾਂ ਦੇ ਨਾਲ ਖੜਨ ਵਿੱਚ ਕੋਈ ਕਮੀ ਬਾਕੀ ਨਹੀਂ ਛੱਡਾਂਗੇ। ਜਲਵਾ ਸਾਹਿਬ, ਤੁਹਾਨੂੰ ਵੀ ਪਤਾ ਜਦੋਂ ਅਸੀਂ ਤੁਸੀਂ ਸਾਨੂੰ ਬੁਲਾਇਆ ਸੀ, ਅਸੀਂ ਜਦੋਂ ਸਿਵਲ ਸਰਜਨ ਸਾਹਿਬ ਦੇ ਆਫਿਸ ਉੱਧਰ ਗਏ ਸੀਗੇ 6 ਮਹੀਨੇ ਪਹਿਲਾਂ ਦੀ ਗੱਲ ਆ ਜੀ। ਉਦੋਂ ਵੀ ਇੱਕ ਪੇਸ਼ੈਂਟ ਨੂੰ ਉਹਦੀ ਡਿਜ਼ੀਜ਼ ਦੇ ਅਕੋਰਡਿੰਗ ਆਯੁਸ਼ਮਾਨ ਕਾਰਡ ਦੇ ਅੰਡਰ ਲੈ ਲਿਆ ਗਿਆ ਸੀ। ਕਿਹਾ ਗਿਆ ਸੀ ਕਿ ਜਿਹੜੀ ਬਿਮਾਰੀ ਉਹਨੂੰ ਹੈਗੀ ਕੈਟਾਗਰੀ 'ਚ ਫਾਲ ਕਰਦੀ ਆ। ਬਾਅਦ 'ਚ ਵੀ ਅਪਰੂਵਲ ਉਹਨਾਂ ਨੇ ਕਿਹਾ ਨਹੀਂ ਆਈ। ਇਹੀ ਕੇਸ ਪਹਿਲਾਂ ਹੋਇਆ ਸੀ। ਜਲਵਾ ਸਾਹਿਬ, ਅੱਗੇ ਤੋਂ ਕਿਸੇ ਨੂੰ ਕਮੀ ਪੇਸ਼ੀ ਨਾ ਆਵੇ, ਊਣਤਾਈ ਨਾ ਆਵੇ, ਕੀ ਸੁਨੇਹਾ ਦੇਣਾ ਚਾਹੁੰਦੇ ਜੋ ਕੋਈ ਤੁਹਾਨੂੰ ਪਹਿਲੇ ਅਪਰੋਚ ਕਰਨਾ ਚਾਹੁੰਦਾ? ਦੇਖੋ, ਇੱਕ ਚੀਜ਼ ਤਾਂ ਜਿਹੜੀ ਨਵੀਂ ਹੁਣ ਕੋਈ ਵੀ ਸਿੱਖਿਆ ਜਾਂ ਸਿਹਤ ਦੀ ਪਾਲਿਸੀ ਬਣੂਗੀ, ਇਲਾਜ ਦੇ ਰਿਗਾਰਡਿੰਗ ਜੋ ਵੀ ਅੱਗੇ ਪੰਜਾਬ ਸਰਕਾਰ ਪਾਲਿਸੀ ਬਣਾਊਗੀ, ਉਹਦੇ ਵਿੱਚ ਇਹ ਜੋ ਵੀ ਕਮੀਆਂ ਆਈਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸੇ ਵੀ ਪੰਜਾਬ ਵਾਸੀ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਔਰ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਕਿਤੇ ਵੀ ਅਗਰ ਤੁਹਾਡੇ ਨਾਲ ਧੱਕਾ ਹੁੰਦਾ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਧੱਕਾ ਹੁੰਦਾ, ਤਾਂ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰੋ, ਦੱਸੋ, ਔਰ ਖੁਦ ਆਪਣੇ ਆਪ ਦੇ ਵਿੱਚ ਜਜ਼ਬਾ ਪੈਦਾ ਕਰੋ, ਖੁਦ ਲੀਡਰ ਬਣੋ। ਔਰ ਤੁਹਾਨੂੰ ਕਾਲ ਕਰੂਗੇ ਪਹੁੰਚ ਜਾਓਗੇ ਤੁਸੀਂ? ਬਿਲਕੁਲ ਪਹੁੰਚਾਂਗੇ। ਇੱਥੇ ਤਾਂ ਪਹੁੰਚੋ, ਅੱਗੇ ਹੋਰ ਜਗ੍ਹਾ ਤੇ ਪਹੁੰਚੋਗੇ? ਬਿਲਕੁਲ ਆਪਣੇ ਵੱਲੋਂ ਜਿੰਨਾ ਹੈਗਾ ਜੀ 24 ਘੰਟੇ ਸਮਰਪਿਤ ਹੋ ਕੇ ਲੱਗੇ ਆ। ਪਰ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਲੋਕਾਂ ਦੇ ਅੰਦਰੋਂ ਹੌਸਲਾ ਜਜ਼ਬਾ ਹੀ ਖਤਮ ਕਰਤਾ। ਛੋਟੇ ਛੋਟੇ ਕੰਮਾਂ ਨੂੰ ਵੀ ਲੋਕੀ ਆਪਣੀ ਸਿਫਾਰਿਸ਼ ਦੇ ਲਈ ਲੀਡਰ ਲੱਭਦੇ ਨੇ। ਪਰ ਮੈਂ ਕਹਿੰਦਾ ਵੀ ਅਸੀਂ ਤਾਂ ਅਵੇਲੇਬਲ ਹੈਗੇ ਆ, ਹਾਜ਼ਰ ਹੈਗੇ ਆ, ਪਰ ਲੋਕਾਂ ਨੂੰ ਆਮ ਆਦਮੀ ਪਾਰਟੀ ਖੁਦ ਲੋਕਾਂ ਨੂੰ, ਆਮ ਲੋਕਾਂ ਨੂੰ ਲੀਡਰ ਬਣਾਉਣਾ ਆਈ ਆ। ਸੋ ਉੱਠੋ, ਜਾਗੋ। ਇਹ ਜਿਹੜਾ ਤੁਹਾਡਾ ਆਪਣਾ ਹੱਕ ਆ, ਅਧਿਕਾਰ ਆ, ਉਹਦੇ ਖਿਲਾਫ ਖੁਦ ਆਵਾਜ਼ ਬੁਲੰਦ ਕਰੋ। ਜਿੱਥੇ ਕਿਤੇ ਕੋਈ ਅਫਸਰ, ਵੈਸੇ ਤਾਂ 70-80% ਸੁਧਾਰ ਆਪਣੇ ਆਪ ਹੋ ਚੁੱਕਾ, ਹਜੇ ਕਿਤੇ ਸਰਕਾਰ ਵੱਲੋਂ ਕਿਸੇ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਜਾਂ ਚੂੜੀ ਨਹੀਂ ਕੱਸੀ ਗਈ। ਸੋ ਇਸ ਕਰਕੇ ਜੇ ਤੁਹਾਡੇ ਨਾਲ ਕੋਈ ਅਫਸਰ ਵਧੀਕੀ ਕਰਦਾ, ਕੋਈ ਵੀ ਅਧਿਕਾਰੀ ਕਿਸੇ ਡਿਪਾਰਟਮੈਂਟ ਦਾ, ਸਰਕਾਰੀ ਹੋਵੇ ਪ੍ਰਾਈਵੇਟ ਹੋਵੇ, ਕਿਤੇ ਵੀ ਕਿਸੇ ਆਮ ਬੰਦੇ ਨਾਲ ਵਧੀਕੀ ਹੁੰਦੀ ਆ, ਉੱਥੇ ਪਹਿਲਾਂ ਆਪ ਆਵਾਜ਼ ਬੁਲੰਦ ਕਰੇ। ਨਹੀਂ ਸੁਣਦੇ ਉਹ, ਤਾਂ ਫਿਰ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਬੈਠੀ ਆ, ਉਹਨਾਂ ਨੂੰ ਦੱਸੋ। ਔਰ ਅਸੀਂ ਹਰ ਹੀਲੇ ਜਿਹੜਾ ਕਿਸੇ ਵੀ ਬੰਦੇ ਨੂੰ ਉਹ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਣ ਦੇਵਾਂਗੇ। ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ। ਬਹੁਤ ਸ਼ੁਕਰੀਆ ਸਰ। ਇਹ ਸਨ ਜਲਵਾਹਾ ਸਾਹਿਬ। ਔਰ ਜਲਵਾਹਾ ਸਾਹਿਬ ਨੇ ਗੱਲ ਕਹੀ ਆ ਕਿ ਉੱਠੋ, ਜਾਗੋ, ਹੁਣ ਆਲਸ ਤਿਆਗੋ। ਜੇ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ, ਚਾਹੇ ਪ੍ਰਾਈਵੇਟ ਅਦਾਰਾ, ਚਾਹੇ ਸਰਕਾਰੀ ਅਦਾਰਾ, ਨਵਾਂ ਸ਼ਹਿਰ ਹਲਕੇ ਦੀ ਜੇ ਆਪਾਂ ਖਾਸ ਗੱਲ ਕਰੀਏ, ਤੁਸੀਂ ਸਤਨਾਮ ਸਿੰਘ ਜਲਵਾਹਾ ਉਹਨਾਂ ਤੱਕ ਅਪਰੋਚ ਕਰ ਸਕਦੇ ਹੋ। ਇਹ ਇਹਨਾਂ ਨੇ ਕਿਹਾ ਕਿ ਨਿੱਠ ਕੇ ਤੁਹਾਡੇ ਨਾਲ ਨੇ, ਖੁੱਲ੍ਹੇ ਤੌਰ ਤੇ ਤੁਹਾਡੇ ਨਾਲ ਨੇ, ਔਰ 24 ਘੰਟੇ ਤੁਹਾਡੇ ਲਈ ਅਵੇਲੇਬਲ ਨੇ। ਬਣੇ ਰਹਿਣਾ ਵਿਭੂਤੀ ਨਵਾਂ ਸ਼ਹਿਰ ਨਾਲ। ਆਪਣੀ ਛੋਟੀ ਵੀ ਦਿਨੇਸ਼ ਸੂਰੀ, ਕੈਮਰਾ ਪਰਸਨ ਜੀ ਕੋਲ ਜਸ ਤੋਂ ਬੋਲਦੇ ਫਿਰ ਤੋਂ ਆਵਾਂਗੇ। ਸਤਿ ਸ਼੍ਰੀ ਅਕਾਲ।